ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜਦੋਂ ਸਾਰਿਆਂ ਨੂੰ ਇਹ ਖਬਰ ਮਿਲੀ ਕਿ ਚੰਦੂ ਦੇ ਘਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦੇ ਰਹੇ ਹਨ, ਘਰ ਵਿੱਚ ਕਿਸੇ ਗੁਰਸਿੱਖ ਦੀ ਪੁੱਤਰੀ ਪਾਪੀ ਚੰਦੂ ਦੀ ਨੂੰਹ ਸੀ। ਗੁਰੂ ਜੀ ਨੂੰ ਤਸੀਹੇ ਦੇਣ ਦਾ ਪ੍ਰਸੰਗ ਸੁਣ ਕੇ ਉਸ ਦਾ ਹਿਰਦਾ ਕੰਬ ਉੱਠਿਆ ਕਿ ਜਿਸ ਨੂੰ ਮੇਰੇ ਮਾਪੇ ਵੱਡੇ ਪੂਜਨੀਕ ਮੰਨਦੇ ਹਨ, ਅਨੇਕਾਂ ਹੀ ਕਾਮਨਾਵਾਂ ਮੰਗ ਕੇ ਪਾਈਆਂ ਹਨ, ਗੁਰੂ ਸਿਮਰ ਕੇ ਸਦਾ ਸੁੱਖ ਮਿਲਦਾ ਹੈ, ਪਾਪੀ ਸਹੁਰਾ ਉਹਨਾਂ ਨੂੰ ਦੁੱਖ ਦੇ ਰਿਹਾ ਹੈ। ਉਹ ਪਾਪ ਕਰ ਰਿਹਾ ਹੈ ਅਤੇ ਮੈਂ ਇਹਨਾਂ ਦੇ ਘਰ ਵਿੱਚ ਰਹਿ ਰਹੀ ਹਾਂ। ਕਈਆਂ ਦਿਨਾਂ ਤੋਂ ਉਹਨਾਂ ਨੇ ਪਾਣੀ ਨਹੀਂ ਪੀਤਾ, ਨਾ ਹੀ ਭੋਜਨ ਛਕਿਆ ਹੈ ਅਤੇ ਨਾ ਹੀ ਸੁੱਤੇ ਹਨ। ਧਿਰਕਾਰ ਹੈ ਮੇਰਾ ਜੀਵਨ, ਜਿਹੜੀ ਇਸ ਘਰ ਵਿੱਚ ਰਹਿ ਰਹੀ ਹਾਂ। ਗੁਰੂ ਜੀ ਦੇ ਦੁੱਖ ਸੁਣ ਕੇ ਬੈਠ ਕੇ ਵੇਖਦੀ ਹਾਂ। ਜਦ ਰਿਹਾ ਨਾ ਗਿਆ ਤਾਂ ਪਾਣੀ ਵਿੱਚ ਮਿੱਠਾ ਘੋਲਿਆ ਅਤੇ ਕੁਝ ਭੋਜਨ ਲੈ ਕੇ ਚੋਰੀ ਗੁਰੂ ਜੀ ਦੇ ਦਰਸ਼ਨਾਂ ਲਈ ਚੱਲ ਪਈ। ਉੱਥੇ ਪਹੁੰਚ ਗਈ ਜਿੱਥੇ ਸਿਪਾਹੀ ਖੜ੍ਹੇ ਸਨ। ਸਿਪਾਹੀਆਂ ਤੋਂ ਡਰਦੀ ਅੱਗੇ ਨਾ ਜਾ ਸਕੀ। ਅੰਤ ਇੱਕ ਸਿਪਾਹੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਨੂੰ ਆਪਣਾ ਇੱਕ ਗਹਿਣਾ ਉਤਾਰ ਕੇ ਦਿੱਤਾ। ਉਸ ਨੂੰ ਕਿਹਾ, ਇਸ ਨੂੰ ਗੁਪਤ ਰੱਖੋ, ਕਿਸੇ ਨੂੰ ਨਾ ਦੱਸਣਾ। ਮੈਂ ਇੱਕ ਵਾਰ ਗੁਰੂ ਜੀ ਦੇ ਪਾਸ ਜਾਣਾ ਚਾਹੁੰਦੀ ਹਾਂ। ਸਿਪਾਹੀ ਲਾਲਚ ਦੇ ਮਾਰੇ ਚੁੱਪ ਰਹੇ। ਮੈਂ ਜਾ ਕੇ ਛੇਤੀ ਹੀ ਵਾਪਸ ਆ ਜਾਵਾਂਗੀ, ਇਹ ਬਚਨ ਕਹੇ। ਪਾਪੀ ਚੰਦੂ ਨੂੰ ਜਿਸ ਤਰ੍ਹਾਂ ਪਤਾ ਨਾ ਲੱਗੇ, ਗੁੱਸੇ ਵਿੱਚ ਆ ਕੇ ਮੈਨੂੰ ਆਪਣੇ ਘਰ ਵਿੱਚੋਂ ਨਾ ਕੱਢ ਦੇਵੇ। ਇਸ ਤਰ੍ਹਾਂ ਅੰਦਰੋਂ ਅੰਦਰ ਉਹ ਡਰਦੀ ਸੀ। ਗੁਰੂ ਜੀ ਦੇ ਪਾਸ ਜਾ ਕੇ ਉਹਨਾਂ ਨੂੰ ਵੇਖਦਿਆਂ ਹੀ ਰੋ ਪਈ। ਨਮਸਕਾਰ ਕਹਿ ਕੇ ਪਿਆਰ ਨਾਲ ਭਿੱਜੀ ਹੋਈ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਇਹ ਪਾਣੀ ਪੀਓ, ਇਹ ਭੋਜਨ ਲਵੋ ਅਤੇ ਛਕੋ। ਮੈਂ ਚੰਦੂ ਪਾਪੀ ਦੇ ਪੁੱਤਰ ਨੂੰ ਵਿਆਹੀ ਹੋਈ ਹਾਂ। ਮੈਂ ਇਸ ਘਰ ਵਿੱਚ ਆਉਣ ਦੇ ਯੋਗ ਨਹੀਂ ਸੀ। ਪਤਾ ਨਹੀਂ ਮੈਂ ਕਿਹੜਾ ਪਾਪ ਕੀਤਾ ਜਿਹੜਾ ਮੇਰੇ ਅੱਗੇ ਆਇਆ ਹੈ, ਜਿਸ ਕਰਕੇ ਇਹਨਾਂ ਦੇ ਘਰ ਵਿੱਚ ਵਸ ਰਹੀ ਹਾਂ। ਤੁਹਾਡੇ ਇੱਕ ਸਿੱਖ ਦੀ ਮੈਨੂੰ ਪੁੱਤਰੀ ਜਾਣੋ, ਆਪਣੇ ਸੇਵਕਾਂ ਵਾਂਗ ਮੇਰੇ 'ਤੇ ਕਿਰਪਾ ਕਰੋ। ਇਹ ਵੇਖ ਕੇ ਸਤਿਗੁਰੂ ਜੀ ਮੁਖ ਤੋਂ ਬੋਲੇ, ਤੇਰੇ ਸ਼ਾਬਾਸ਼ ਹਨ ਜਿਹੜਾ ਤੂੰ ਇਸ ਤਰ੍ਹਾਂ ਪ੍ਰੇਮ ਰੱਖਿਆ ਹੈ। ਜੇ ਆਪਣਾ ਕਲਿਆਣ ਚਾਹੁੰਦੀ ਹੈ ਤਾਂ ਸਾਡੇ ਨਾਲ ਹੀ ਪ੍ਰਾਣ ਛੱਡ ਦਿਓ। ਚੰਦੂ ਦੀਆਂ ਜੜ੍ਹਾਂ ਉਖੇੜ ਦਿਆਂਗੇ। ਜਦ ਮਰੇਗਾ ਤਾਂ ਨਰਕਾਂ ਵਿੱਚ ਪਵੇਗਾ। ਇੱਥੇ ਸਾਡਾ ਬਦਲਾ ਲੈ ਕੇ ਇਸ ਨੂੰ ਮਹਾਨ ਕਸ਼ਟ ਦੇ ਕੇ ਬੁਰੀ ਮੌਤੇ ਮਾਰਨਗੇ। ਇਸ ਦਾ ਸਾਰਾ ਘਰ ਹੀ ਤਬਾਹ ਹੋ ਜਾਏਗਾ, ਕਿਸੇ ਤਰ੍ਹਾਂ ਵੀ ਟਿਕੇਗਾ ਨਹੀਂ। ਇਸ ਤਰ੍ਹਾਂ ਛੇਤੀ ਹੀ ਹੋ ਜਾਏਗਾ। ਸਾਰਾ ਪਰਿਵਾਰ ਆਸਰਾ ਰਹਿਤ ਹੋ ਜਾਏਗਾ। ਦੁੱਖ ਵਿੱਚ ਲੀਨ ਹੋਏ ਰੋਂਦੇ ਹੀ ਮਰ ਜਾਣਗੇ। ਇਸ ਗੱਲ ਨੂੰ ਗੁਪਤ ਰੱਖਣਾ ਅਤੇ ਕਿਸੇ ਨੂੰ ਨਾ ਦੱਸਣਾ। ਇਹਨਾਂ ਦੇ ਨਾਲ ਦੁੱਖ ਨਾ ਸਹਾਰੋ। ਅਸੀਂ ਇਸ ਦੇ ਘਰ ਦਾ ਕੁਝ ਵੀ ਖਾ ਪੀ ਨਹੀਂ ਸਕਦੇ ਹਾਂ, ਇਸ ਲਈ ਅਸੀਂ ਨਹੀਂ ਛਕਾਂਗੇ। ਇਹਨਾਂ ਵਸਤਾਂ ਨੂੰ ਵਾਪਸ ਲੈ ਜਾਓ। ਸਤਿਗੁਰੂ ਜੀ ਪਾਸੋਂ ਸਾਰੀ ਗੱਲ ਸੁਣ ਕੇ ਆਪਣੇ ਪ੍ਰਾਣਾਂ ਦੇ ਘਾਤ ਨੂੰ ਚੰਗਾ ਸਮਝਿਆ। ਕਹਿਣ ਲੱਗੀ, ਆਪਣੇ ਨਾਲ ਮਿਲਾ ਲਓ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਲੈ ਜਾਓ। ਗੁਰੂ ਜੀ ਨੇ ਕੁਝ ਵੀ ਅੰਗੀਕਾਰ ਨਾ ਕੀਤਾ, ਪਿੱਛੇ ਮੁੜ ਗਈ ਅਤੇ ਆਪਣੀ ਮੌਤ ਬਾਰੇ ਸਮਝ ਗਈ। ਵਿਚਾਰੀ ਬਹੁਤ ਦੁਖੀ ਹੋ ਕੇ ਪੈ ਗਈ। ਕੁਝ ਵੀ ਵਸ ਨਹੀਂ ਸੀ ਚੱਲਦਾ, ਬਹੁਤ ਲਾਚਾਰ ਸੀ। ਪਹਿਰ ਰਾਤ ਤਦ ਬੀਤ ਗਈ। ਗੁਰੂ ਜੀ ਦੇ ਬੈਠਿਆਂ ਹੀ ਸਵੇਰ ਹੋ ਗਈ। ਦੁਸ਼ਟ ਚੰਦੂ ਮਨ ਵਿੱਚ ਵਿਚਾਰਦਾ ਸੀ, ਅੱਗ ਦੇ ਸੇਕ ਨਾਲ ਵੀ ਇਹਨਾਂ ਦੇ ਸਰੀਰ ਨੂੰ ਪੀੜ ਨਹੀਂ ਹੋਈ ਹੈ। ਉਹਨਾਂ ਨੇ ਡਰ ਕੇ ਮੇਰੀ ਗੱਲ ਵੀ ਨਹੀਂ ਮੰਨੀ ਹੈ। ਇਹ ਵੀ ਨਹੀਂ ਜਾਣਦੇ ਹਨ ਕਿ ਮੇਰੀ ਮੌਤ ਹੋ ਜਾਏਗੀ। ਪਾਣੀ ਵੀ ਤੱਤਾ ਨਹੀਂ ਲੱਗਾ ਹੈ। ਹੁਣ ਇਹਨਾਂ ਦੇ ਉੱਤੇ ਤੱਤੀ ਰੇਤ ਪਾਉਂਦੇ ਹਾਂ। ਇਸ ਤਰ੍ਹਾਂ ਸੋਚਦਿਆਂ ਹੀ ਭੋਜਨ ਖਾਧਾ। ਫਿਰ ਪਾਪੀ ਵੱਡਾ ਹਤਿਆਰਾ ਆਇਆ।
ਡਿਓੜੀ ਵਿੱਚ ਸਿੱਖਾਂ ਨੂੰ ਵੇਖਿਆ, ਖੜੇ ਹੋ ਕੇ ਉਹਨਾਂ ਨੂੰ ਉਸ ਸਮੇਂ ਇਸ ਤਰ੍ਹਾਂ ਕਿਹਾ, ਇਹ ਸਿੱਖ ਲੋਕ ਕੀ ਕਹਿੰਦੇ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਤਾੜਨਾ ਕਰੋ। ਮੈਂ ਅਚਰਜਤਾ ਦੱਸ ਕੇ ਡਰਾਉਂਦਾ ਸੀ, ਛੁਟਕਾਰੇ ਵਾਸਤੇ ਫਰੇਬ ਕਰਦੇ ਹਨ। ਮੇਰੇ ਪਾਸੋਂ ਇਹਨਾਂ ਦੀ ਖਲਾਸੀ ਬਹੁਤ ਮੁਸ਼ਕਲ ਹੈ, ਜੇ ਨਾ ਮੰਨੇ ਤਾਂ ਫਾਂਸੀ ਦੇ ਦਿਆਂਗਾ। ਇਹੋ ਜਿਹੇ ਸਿੱਖਾਂ ਤੋਂ ਸੁਣ ਕੇ ਹੰਕਾਰ ਕਰਦਾ ਹੈ, ਮੇਰੇ ਵੱਡੇਪਣ ਨੂੰ ਆਪਣੇ ਮਨ ਵਿੱਚ ਨਹੀਂ ਲਿਆਇਆ ਹੈ। ਇਸ ਤਰ੍ਹਾਂ ਕਹਿ ਕੇ ਸਿੱਖਾਂ ਨੂੰ ਕੁਝ ਸੋਟੇ ਮਰਵਾਏ ਹਨ। ਗੁਰੂ ਜੀ ਦੇ ਡਰ ਪਾਉਣ 'ਤੇ ਚੁੱਪ ਰਹੇ ਹਨ। ਕਿਸੇ ਨੇ ਵੀ ਆਪਣੀ ਸ਼ਕਤੀ ਨਹੀਂ ਦਿਖਾਈ, ਮੁਰਝਾਏ ਮਨ ਲੈ ਕੇ ਬੈਠੇ ਰਹੇ। ਫਿਰ ਸਤਿਗੁਰੂ ਜੀ ਦੇ ਪਾਸ ਗਿਆ, ਦੁਰਬਚਨ ਬੋਲ ਕੇ ਡਰ ਪੈਦਾ ਕਰਦਾ ਸੀ। ਕੁੱਤਾ ਕਹਿਣ ਦਾ ਜੋ ਫਲ ਹੈ ਉਹ ਪ੍ਰਾਪਤ ਕੀਤਾ ਹੈ ਕਿ ਨਹੀਂ, ਇਹ ਮੈਨੂੰ ਦੱਸੋ। ਹੁਣ ਤੱਕ ਕਿਹੜੀ ਸਜ਼ਾ ਮਿਲੀ ਹੈ? ਅੱਜ ਵੇਖੋ ਕਿਵੇਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਮੈਂ ਝੂਠ ਕਹਿਣ ਵਾਲਾ ਬੰਦਾ ਨਹੀਂ ਹਾਂ। ਅਤੀ ਗਮੀ ਦਿਆਂਗਾ ਜਾਂ ਹੁਣ ਖੁਸ਼ੀ ਦਿਆਂਗਾ। ਜਿਸ ਧਨ ਦਾ ਹੰਕਾਰ ਕਰਦੇ ਹੋ ਉਹ ਸਾਰਾ ਘਰ-ਬਾਰ ਜ਼ਬਤ ਕਰ ਲਵਾਂਗਾ। ਪਹਿਲਾਂ ਤੁਹਾਡੇ ਸਰੀਰ ਦਾ ਘਾਤ ਕਰਾਂਗਾ, ਫਿਰ ਤੁਹਾਡੇ ਪੁੱਤਰ ਨੂੰ ਫੜਾਵਾਂਗਾ। ਰਿਸ਼ਤਾ ਮੰਨ ਲਓਗੇ ਤਾਂ ਛੱਡ ਦਿਆਂਗਾ, ਨਹੀਂ ਤਾਂ ਗਲ ਵਿੱਚ ਫਾਂਸੀ ਪਾ ਕੇ ਮਾਰ ਦਿਆਂਗਾ। ਤਦ ਮੇਰੇ ਮਨ ਅਤੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਏਗੀ। ਬਾਅਦ ਵਿੱਚ ਆਪਣੀ ਪੁੱਤਰੀ ਨੂੰ ਵਿਧਵਾ ਸਮਝ ਲਵਾਂਗਾ। ਇਹ ਕਹਿ ਕੇ ਭੱਠੀ ਤੋਂ ਰੇਤ ਮੰਗਵਾ ਕੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ। ਫਿਰ ਉਸ ਰੇਤ ਨੂੰ ਗਰਮ ਕਰਨ ਦਾ ਹੁਕਮ ਦਿੱਤਾ। ਬਹੁਤ ਬਾਲਣ ਉੱਤੇ ਪਾਇਆ ਗਿਆ। ਅੱਗ ਬਾਲ ਕੇ ਉਸ ਨੂੰ ਬਹੁਤ ਗਰਮ ਕੀਤਾ। ਜਦ ਅੱਗ ਵਾਂਗ ਗਰਮ ਹੋ ਗਈ ਤਾਂ ਉਸ ਨੂੰ ਬਾਹਰ ਕੱਢਿਆ। ਜੇਠ ਦਾ ਮਹੀਨਾ ਹੋਣ ਕਰਕੇ ਬੜੀ ਗਰਮੀ ਸੀ। ਹਰ ਵਸਤੂ ਹੀ ਬਹੁਤ ਤਪ ਰਹੀ ਸੀ। ਇੰਨੀ ਗਰਮ ਲੋ ਚੱਲਦੀ ਸੀ ਕਿ ਬਰਦਾਸ਼ਤ ਨਹੀਂ ਸੀ ਹੁੰਦੀ। ਫਿਰ ਅੱਗ ਬਹੁਤ ਤੇਜ਼ ਬਲ ਰਹੀ ਸੀ। ਜਿਸ ਦਿਨ ਦੇ ਗੁਰੂ ਜੀ ਚੰਦੂ ਦੇ ਘਰ ਗਏ ਸਨ, ਉਸ ਦਿਨ ਤੋਂ ਉਹਨਾਂ ਨੇ ਨਾ ਭੋਜਨ ਖਾਧਾ ਸੀ ਅਤੇ ਨਾ ਹੀ ਪਾਣੀ ਪੀਤਾ ਸੀ। ਗਰਮ ਰੇਤ ਨੂੰ ਵੇਖ ਕੇ ਬੋਲਿਆ, ਮਾਨੋ ਆਪਣੇ ਨਰਕ ਪੈਣ ਦੇ ਦਰਵਾਜ਼ੇ ਦਾ ਢੱਕਣ ਖੋਲ੍ਹਿਆ ਹੋਵੇ। ਬਾਹਰ ਲਿਆ ਕੇ ਸਭ ਦੇ ਸਾਹਮਣੇ ਬਿਠਾਓ, ਜੇ ਨਾ ਆਉਣ ਤਾਂ ਡਰ ਪਾਓ। ਤਦ ਸਤਿਗੁਰੂ ਜੀ ਉੱਠ ਕੇ ਬਾਹਰ ਆ ਗਏ, ਜਿਨ੍ਹਾਂ ਨੇ ਧਰਤੀ ਨੂੰ ਧੀਰਜ ਧਾਰਨ ਕਰਨਾ ਸਿਖਾਇਆ ਹੈ। ਹਿਰਦੇ ਵਿੱਚ ਖੁਸ਼ੀ ਗਮੀ ਰਤਾ ਭਰ ਵੀ ਨਹੀਂ ਸੀ। ਸਰੀਰ ਵਿੱਚ ਹੰਕਾਰ ਕਦੇ ਉਤਪੰਨ ਨਹੀਂ ਸੀ ਹੋਇਆ। ਜਿਵੇਂ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਮਾਨੋ ਬ੍ਰਹਮ ਗਿਆਨ ਦੀ ਦਸ਼ਾ ਜਣਾ ਕੇ ਪ੍ਰਗਟ ਕੀਤੀ ਹੈ। ਨਾ ਭੁੱਖ ਹੈ, ਨਾ ਪਿਆਸ ਹੈ ਅਤੇ ਨਾ ਹੀ ਮੁਖ ਮੁਰਝਾਇਆ ਹੈ। ਮਨ ਦੀ ਬਿਰਤੀ ਇੱਕ ਰਸ ਰੱਖ ਕੇ ਸੁਖ ਪਾ ਰਹੇ ਸਨ। ਕੁੱਲ ਦਾ ਘਾਤੀ ਚੰਦੂ ਬੜੀ ਕਠੋਰ ਬੋਲੀ ਬੋਲ ਰਿਹਾ ਸੀ। ਇਹਨਾਂ ਨੇ ਜਿਸ ਤਰ੍ਹਾਂ ਮੇਰੀ ਛਾਤੀ ਤੱਤੀ ਕੀਤੀ ਹੈ, ਉਸ ਤਰ੍ਹਾਂ ਹੀ ਮੈਂ ਹੁਣ ਇਹਨਾਂ ਦੀ ਛਾਤੀ ਤਪਾਵਾਂਗਾ। ਇਸ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ ਹੈ। ਹੁਣ ਚੁੱਪ ਧਾਰਨ ਕੀਤੀ ਹੈ, ਕੋਈ ਗੱਲ ਨਹੀਂ ਆਉਂਦੀ ਹੈ। ਹੁਣ ਬ੍ਰਹਮ ਗਿਆਨੀ ਬਣ ਕੇ ਬਚਨ ਨਹੀਂ ਬੋਲਦੇ ਹੋ। ਕੁੱਤਾ ਕਹਿ ਕੇ ਕਲੰਕਿਤ ਕੀਤਾ ਹੈ। ਹੁਣ ਅੱਗ ਤਾਪੋ, ਜਿਵੇਂ ਮੇਰਾ ਹਿਰਦਾ ਤਪਦਾ ਹੈ। ਜਦ ਤੱਤੀ ਰੇਤ ਪਾਉਣ ਲੱਗੇ ਤਾਂ ਗੁਰੂ ਜੀ ਬੋਲੇ, ਹੇ ਮਾੜੇ ਭਾਗਾਂ ਵਾਲੇ ਮੂਰਖ, ਸੁਣ, ਆਪਣਾ ਕਿਹਾ ਨਹੀਂ ਵਿਚਾਰਦਾ। ਕੁੱਤਾ ਹੋ ਕੇ ਕਰਾੜਾ ਝੱਖ ਮਾਰਦਾ ਹੈ। ਸਾਰੇ ਵੰਸ਼ ਦੀਆਂ ਜੜ੍ਹਾਂ ਉਖੇੜਨ ਲੱਗਾ ਹੈ। ਆਪਣੇ ਉੱਤੇ ਬਹੁਤ ਵਿਪਤਾਵਾਂ ਪਾ ਰਿਹਾ ਹੈ। ਵੱਡਾ ਦੁਖਦਾਇਕ ਦੋਜ਼ਖ ਸਹੇੜੇਗਾ। ਭੈੜੀ ਮੌਤੇ ਮਰ ਕੇ ਤੁਰੰਤ ਫਲ ਪਾ ਲਵੇਂਗਾ। ਅਸੀਂ ਤਾਂ ਹੁਣ ਸਰੀਰ ਛੱਡਣਾ ਹੈ। ਸਮਾਂ ਬਹੁਤ ਨੇੜੇ ਆ ਪਹੁੰਚਿਆ ਹੈ। ਇਸ ਤਰ੍ਹਾਂ ਬੋਲਦਿਆਂ ਰੇਤ ਪਾ ਰਹੇ ਸਨ। ਰੇਤ ਅੱਗ ਵਰਗੀ ਤੱਤੀ ਸੀ। ਭਾਈ ਲੰਗਾ ਜੀ ਅਤੇ ਭਾਈ ਪਿਰਾਣਾ ਜੀ ਦੋਵੇਂ ਇੱਕ ਵਾਰ ਫਿਰ ਗੁਰੂ ਜੀ ਵੱਲ ਦੌੜੇ। ਇਹ ਤੱਤੀ ਰੇਤ ਸਾਡੇ ਸਰੀਰ 'ਤੇ ਪਾਓ, ਅਸੀਂ ਸੁੱਖ ਨਾਲ ਗੁਰੂ ਜੀ ਉੱਪਰ ਖੜੇ ਹੋਈਏ। ਇਸ ਕਾਰਨ ਜੇ ਪ੍ਰਾਣ ਨਿਕਲ ਜਾਣ ਤਾਂ ਅਸੀਂ ਬੜੇ ਧਨ ਹੋ ਜਾਈਏ। ਗੁਰੂ ਜੀ ਦਾ ਦੁੱਖ ਤਾਂ ਨਹੀਂ ਦੇਖਾਂਗੇ। ਬੜੀ ਚੰਗੀ ਗੱਲ ਹੋਵੇਗੀ ਜੇ ਸਾਡੀ ਦੇਹ ਦਾ ਛੁਟਕਾਰਾ ਹੋ ਜਾਏਗਾ। ਉਹਨਾਂ ਨੂੰ ਵੇਖ ਕੇ ਚੰਦੂ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ। ਉਹ ਲਾਠੀਆਂ ਲੈ ਕੇ ਟੁੱਟ ਕੇ ਪੈ ਗਏ। ਹੱਥਾਂ ਤੇ ਪੈਰਾਂ 'ਤੇ ਬਹੁਤ ਲਾਠੀਆਂ ਮਾਰੀਆਂ ਅਤੇ ਬਹੁਤ ਜ਼ੋਰ ਲਾ ਕੇ ਫੜ ਕੇ ਉਹਨਾਂ ਨੂੰ ਵਾਪਸ ਮੋੜਿਆ।
ਗੁਰੂ ਜੀ ਨੇ ਫਿਰ ਉਹਨਾਂ ਨੂੰ ਬਹੁਤ ਵਰਜਿਆ, ਤੁਸੀਂ ਮਨ ਵਿੱਚ ਕਿਉਂ ਕ੍ਰੋਧ ਕਰਦੇ ਹੋ? ਬੈਠੇ ਰਹੋ, ਮਾਰ ਕਿਉਂ ਖਾਂਦੇ ਹੋ? ਇਹ ਸਭ ਕੁਝ ਸਾਡੀ ਆਗਿਆ ਅਨੁਸਾਰ ਹੋ ਰਿਹਾ ਹੈ। ਭਾਈ ਪਿਰਾਣਾ ਜੀ ਕਹਿਣ ਲੱਗੇ, ਸਾਡੇ ਪਾਸੋਂ ਰਿਹਾ ਨਹੀਂ ਜਾਂਦਾ, ਤੁਹਾਡਾ ਦੁੱਖ ਸਾਥੋਂ ਵੇਖਿਆ ਨਹੀਂ ਜਾਂਦਾ। ਆਪਣੇ ਪ੍ਰਾਣ ਦੇਣ ਦੀ ਸਾਡੀ ਅਭਿਲਾਸ਼ਾ ਹੈ। ਆਪ ਜੀ ਦੇ ਸਰੀਰ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ। ਗੁਰੂ ਜੀ ਨੇ ਕਿਹਾ, ਇਸ ਤਰ੍ਹਾਂ ਤਦ ਹੀ ਕਰੋ ਜੇ ਸਾਡੀ ਆਗਿਆ ਹੋਵੇ। ਹੁਣ ਸਾਡਾ ਹੀ ਇਹ ਸਭ ਖੇਲ ਪਸਾਰਾ ਹੈ। ਬੈਠ ਕੇ ਵੇਖੋ ਜਿਵੇਂ ਸਭ ਕੁਝ ਹੁੰਦਾ ਹੈ। ਫਿਰ ਦੁਸ਼ਟ ਨੇ ਕਹਿ ਕੇ ਤਤੀ ਰੇਤ 'ਤੇ ਬਿਠਾਏ। ਸਤਿਗੁਰੂ ਜੀ ਸਥਿਰ ਸਨ। ਉਹਨਾਂ ਨੇ ਕੋਈ ਦੁੱਖ ਨਾ ਮਨਾਇਆ। ਜਿਨ੍ਹਾਂ ਨੇ 14 ਲੋਕਾਂ ਦੀ ਰਚਨਾ ਕੀਤੀ ਹੈ, ਅੱਗ ਦਾ ਤੇਜ ਉਹਨਾਂ ਦੇ ਕਿਵੇਂ ਨੇੜੇ ਲੱਗ ਸਕਦਾ ਸੀ? ਤਤੀ ਰੇਤ ਉੱਤੇ ਅਡੋਲ ਬੈਠ ਗਏ, ਜਿਵੇਂ ਸੁਖੀ ਅਤੇ ਨਰਮ ਆਸਨ 'ਤੇ ਬੈਠੇ ਹੋਣ। ਉਹਨਾਂ ਨੇ ਕੋਈ ਵੀ ਅੰਗ ਇੱਧਰ ਉੱਧਰ ਨਾ ਹਿਲਾਇਆ, ਚੁੱਪ ਬੈਠੇ ਸਨ, ਕੁਝ ਨਹੀਂ ਕਹਿੰਦੇ ਸਨ। ਫਿਰ ਦੁਸ਼ਟ ਨੇ ਕਿਹਾ ਕਿ ਕੜਛੇ ਲੈ ਕੇ ਤਤੀ ਰੇਤ ਸਰੀਰ 'ਤੇ ਪਾਓ। ਨਾ ਹੀ ਬੋਲਦੇ ਹਨ ਅਤੇ ਨਾ ਹੀ ਰਿਸ਼ਤਾ ਮੰਨਦੇ ਹਨ। ਇਹਨਾਂ ਦੇ ਸਰੀਰ ਨੂੰ ਰੇਤ ਤੱਤੀ ਨਹੀਂ ਲੱਗਦੀ। ਭਰ ਭਰ ਕੇ ਕੜਛੇ ਫਿਰ ਸਰੀਰ ਦੇ ਉੱਤੇ ਪਾਏ ਗਏ। ਗੁਰੂ ਜੀ ਨਾ ਕੁਝ ਬੋਲੇ ਅਤੇ ਨਾ ਹੀ ਉਹਨਾਂ ਨੇ ਸਰੀਰ ਦਾ ਕੋਈ ਅੰਗ ਹਿਲਾਇਆ। ਦੋਵੇਂ ਪਾਸੀ ਅਤੀ ਤੱਤੀ ਰੇਤ ਪੈ ਰਹੀ ਸੀ। ਸਰੀਰ 'ਤੇ ਪੈ ਕੇ ਉਹ ਬਹੁਤ ਦੁੱਖ ਦਿੰਦੀ ਸੀ। ਨਿਜ ਇੱਛਾ ਕਰਕੇ ਸਤਿਗੁਰੂ ਜੀ ਦੇ ਸਾਰੇ ਸਰੀਰ 'ਤੇ ਬਹੁਤ ਫਲੂਹੇ ਨਿਕਲ ਆਏ। ਦੁਰਾਚਾਰੀ ਉਹਨਾਂ ਦੀ ਕਰਾਮਾਤ ਨੂੰ ਨਹੀਂ ਸੀ ਜਾਣਦਾ। ਪੀੜਾ ਤੋਂ ਬਗੈਰ ਬਹੁਤ ਛਾਲੇ ਦਿਖਾਈ ਦਿੱਤੇ। 2 ਪਹਿਰਾਂ ਤੋਂ ਲਗਾਤਾਰ ਕਸ਼ਟ ਦੇ ਰਿਹਾ ਸੀ। ਦੁਸ਼ਟ ਨੇ ਮਨ ਵਿੱਚ ਕੋਈ ਡਰ ਨਾ ਮੰਨਿਆ। ਗੁਰੂ ਜੀ ਚੁੱਪ ਅਤੇ ਅਡੋਲ ਬੈਠੇ ਰਹੇ। ਸਤਿਗੁਰੂ ਜੀ ਦੀ ਮਹਿਮਾ ਬਹੁਤ ਮਹਾਨ ਹੈ। ਨਾ ਜਰੇ ਜਾਣ ਨੂੰ ਜਰਨ ਦੀ ਉਹਨਾਂ ਨੇ ਹੱਦ ਦਿਖਾ ਦਿੱਤੀ। ਕਿਸੇ ਨੇ ਵੀ ਕਦੇ ਇੰਨੇ ਕਸ਼ਟ ਨਹੀਂ ਝੱਲੇ ਹਨ। ਇੰਦਰ ਆਦਿ ਜਿੰਨੇ ਵੀ ਸਵਰਗਾਂ ਵਿੱਚ ਦੇਵਤੇ ਹਨ, ਸਾਰੇ ਗੁਰੂ ਜੀ ਦੇ ਚਰਿੱਤਰ ਨੂੰ ਵੇਖ ਕੇ ਹੈਰਾਨ ਰਹਿ ਗਏ। ਧੰਨ ਧੰਨ ਸਾਰੇ ਕਹਿ ਰਹੇ ਸਨ, ਇਹਨਾਂ ਤੋਂ ਬਗੈਰ ਐਸਾ ਹੋਰ ਕੋਈ ਨਹੀਂ ਹੈ। ਸਾਰੇ ਦੇਵਤਾ ਬੰਦਨਾ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਆਪਸ ਵਿੱਚ ਬ੍ਰਿਤਾਂਤ ਦਾ ਉਚਾਰਨ ਕਰ ਰਹੇ ਸਨ। ਦੁਸ਼ਟ ਚਲੇ ਗਿਆ ਤਾਂ ਗੁਰੂ ਜੀ ਨੂੰ ਬਾਹਰ ਕੱਢਿਆ। ਜਿੱਥੇ ਪਹਿਲਾਂ ਬੈਠੇ ਸਨ ਉੱਥੇ ਹੀ ਫਿਰ ਜਾ ਬੈਠੇ। ਸਾਰੇ ਸਰੀਰ ਉੱਤੇ ਸੜਨ ਕਾਰਨ ਫਲੂਹੇ ਪੈ ਗਏ ਸਨ। ਪਹਿਰ ਰਾਤ ਬੀਤ ਗਈ। ਸਾਰੇ ਹੀ ਹਨੇਰਾ ਛਾ ਗਿਆ। ਉਹਨਾਂ ਲੋਕਾਂ ਵਿੱਚ ਵੱਡੀ ਪੱਧਰ 'ਤੇ ਖਲਬਲੀ ਮਚ ਗਈ, ਜਿਹੜੇ ਜੱਗ ਵਿੱਚ ਵੱਡੀ ਪੱਧਰ 'ਤੇ ਕਰਾਮਾਤ ਵਾਲੇ ਸਨ। ਸਾਰੀ ਰਾਤ ਬੀਤ ਗਈ। ਦਿਨ ਚੜ੍ਹਨ ਉੱਤੇ ਪਾਪੀ ਚੰਦੂ ਆ ਗਿਆ। ਵੱਡਾ ਹਠੀ ਹਿਰਦੇ ਵਿੱਚ ਵਿਚਾਰਦਾ ਸੀ। ਇੰਨੇ ਕਸ਼ਟ ਦੇਣ 'ਤੇ ਵੀ ਬੋਲਦੇ ਨਹੀਂ ਹਨ। ਡਰਾਉਣ ਨਾਲ ਇਹ ਰਿਸ਼ਤਾ ਮੰਨਣ ਵਾਲੇ ਨਹੀਂ ਹਨ। ਕਿਸੇ ਡਰ ਤੋਂ ਬਗੈਰ ਬਚਨ ਬੋਲਦੇ ਹਨ। ਵਾਰ-ਵਾਰ ਗਰਮ ਜਲ ਤੇ ਗਰਮ ਰੇਤ ਪਾਈ ਹੈ। ਅਤ ਦੁਖੀ ਕਰਨ ਨਾਲ ਵੀ ਉਹ ਸਥਿਰ ਰਹੇ ਹਨ। ਪ੍ਰਾਣ ਜਾਣ ਤੱਕ ਮੈਂ ਵੀ ਹੱਠ ਰੱਖਾਂਗਾ। ਤਦ ਤੱਕ ਮੈਂ ਜਿਉਂਦਾ ਹਾਂ। ਮੈਂ ਵੀ ਆਪਣੇ ਹੱਠ ਨੂੰ ਨਹੀਂ ਛੱਡਾਂਗਾ। ਅੱਜ ਲੋਹ ਨੂੰ ਬਹੁਤ ਗਰਮ ਕਰਾਂਗਾ ਤੇ ਉਸ ਉੱਤੇ ਉਹਨਾਂ ਨੂੰ ਖੜੇ ਕਰਾਂਗਾ। ਉਸ ਸਮੇਂ ਆਪੇ ਹੀ ਬੋਲਣਗੇ। ਇਸ ਤਰ੍ਹਾਂ ਪਾਪੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਅਤੇ ਸੋਚਿਆ ਕਿ ਮੈਂ ਕਹਾਂਗਾ ਕਿ ਰਿਸ਼ਤਾ ਲਵੋਗੇ ਕਿ ਕਤਲ ਕਰ ਦਿਆਂ। ਇਹ ਕਹਿ ਕੇ ਵੱਡੀ ਲੋਹ ਮੰਗਵਾਈ। ਉਸ ਵਿੱਚ ਲੱਕੜਾਂ ਪਾ ਕੇ ਅੱਗ ਬਾਲੀ। ਲੋਹ ਨੂੰ ਤਾਂਬੇ ਵਾਂਗ ਲਾਲ ਕੀਤਾ। ਪਾਪੀ ਨੇ ਵੇਖ ਕੇ ਗੁਰੂ ਜੀ ਨੂੰ ਬੁਲਾ ਲਿਆ। ਇਸ 'ਤੇ ਖੜੇ ਹੋ ਕੇ ਗਰਮੀ ਬਰਦਾਸ਼ਤ ਕਰੋ, ਨਹੀਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਲਵੋ। ਗੁਰੂ ਜੀ ਨੇ ਕੋਈ ਵੀ ਉੱਤਰ ਨਾ ਦਿੱਤਾ। ਗੁਰੂ ਜੀ ਨੇ ਲੋਹ ਉੱਤੇ ਚੜ੍ਹਨ ਦਾ ਮਨ ਬਣਾਇਆ ਸੀ। ਜੇ ਕਿਸੇ ਨੇ ਜਨਮ ਦਾ ਚੰਡਾਲ ਵੀ ਵੇਖਿਆ ਹੋਵੇ, ਸਾਰੇ ਵੇਖ ਕੇ ਹਾਹਾਕਾਰ ਕਹਿ ਉੱਠੇ। ਕਹਿੰਦੇ ਸਨ, ਇਹ ਚੰਡਾਲਾਂ ਤੋਂ ਵੀ ਵੱਡਾ ਪਾਪੀ ਹੈ। ਇਸ ਦੇ ਹਿਰਦੇ ਵਿੱਚ ਦਿਆਲਤਾ ਕਦੇ ਵੀ ਉਤਪੰਨ ਨਹੀਂ ਹੁੰਦੀ। ਗੁਰੂ ਜੀ ਲੋਹ ਉੱਤੇ ਚੜ੍ਹ ਕੇ ਸਥਿਰ ਰੂਪ ਵਿੱਚ ਬੈਠ ਗਏ। ਵੇਖ ਵੇਖ ਕੇ ਸਿੱਖਾਂ ਦਾ ਦੁੱਖ ਬਹੁਤ ਵੱਧਦਾ ਸੀ। ਉਹ ਗੁਰੂ ਜੀ ਦੇ ਪਾਸ ਜਾਣਾ ਚਾਹੁੰਦੇ ਸਨ, ਪਰ ਗੁਰੂ ਜੀ ਪਾਸ ਜਾਣ ਨਹੀਂ ਸੀ ਦਿੰਦੇ। ਰੱਸਿਆਂ ਨਾਲ ਬੰਨ੍ਹ ਕੇ ਪੱਕਿਆਂ ਕਰ ਲੈਂਦੇ ਸਨ। ਅੱਗ ਨੇ ਆਪਣਾ ਸੁਭਾਅ ਉਲਟਾ ਲਿਆ ਹੈ, ਭਾਵ ਉਹ ਠੰਡੀ ਹੋ ਗਈ ਹੈ। ਗੁਰੂ ਜੀ ਤੋਂ ਡਰਦੀ ਨੇ ਆਪਣਾ ਤੇਜ ਹੀ ਛੱਡ ਦਿੱਤਾ ਹੈ। ਗੁਰੂ ਜੀ 1 ਪਹਿਰ ਤੱਕ ਤੱਤੀ ਲੋਹ ਦੇ ਉੱਤੇ ਹੀ ਬੈਠੇ ਰਹੇ। ਅੰਤ ਵਿੱਚ ਆਪ ਹੀ
ਲੋਹ ਤੋਂ ਉਤਾਰਿਆ ਗਿਆ। ਫਿਰ ਅੱਗੇ ਕੀ ਕਰਨਾ ਹੈ ਉਹਨਾਂ ਉਪਾਵਾਂ ਨੂੰ ਚਿਤਵਦਾ ਹੈ, ਸੋਚਦਾ ਹੈ ਕਿ ਬੋਲੇ ਨਹੀਂ ਹਨ, ਨਾ ਹੀ ਮਨ ਵਿੱਚ ਡਰ ਪਾਇਆ ਹੈ। ਕਿਹੜਾ ਯਤਨ ਕਰਕੇ ਇਹਨਾਂ ਨੂੰ ਮਨਾਵਾਂ, ਕਿਹੜਾ ਨਵਾਂ ਸੰਕਟ ਇਹਨਾਂ ਨੂੰ ਦਿਖਾਵਾਂ, ਜਿਸ ਕਰਕੇ ਇਹ ਵਾਧੂ ਡਰ ਸਮਝਣ ਅਤੇ ਆਪਣੀ ਚੁੱਪ ਨੂੰ ਛੱਡ ਕੇ ਤੁਰੰਤ ਬੋਲਣ। ਇਹ ਵੱਡੇ ਧਰਮੀ ਹਨ, ਇਸ ਕਰਕੇ ਆਪਣੇ ਧਰਮ ਨੂੰ ਸੰਭਾਲਣਗੇ ਅਤੇ ਪ੍ਰਾਣ ਚਲੇ ਜਾਣ ਦੀ ਪਰਵਾਹ ਨਹੀਂ ਕਰਨਗੇ। ਇਸ ਕਰਕੇ ਇਹ ਧਰਮ ਜਾਣ ਤੋਂ ਡਰਦੇ ਹਨ। ਇਹ ਵੀ ਇਹਨਾਂ ਦੀ ਆਸ ਪੂਰੀ ਕਰਦਾ ਹਾਂ। ਇਸ ਤਰ੍ਹਾਂ ਨਿਸ਼ਚੇ ਕਰਕੇ ਮੂਰਖ ਨੇ ਆਪਣੇ ਮਨ ਵਿੱਚ ਗੱਲ ਇਹ ਪੱਕੀ ਕਰ ਲਈ ਅਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ, ਅੱਜ ਹੀ ਕੋਈ ਬੰਦਾ ਚੰਡਾਲਾਂ ਪਾਸ ਚੱਲ ਕੇ ਜਾਓ ਤੇ ਅੱਜ ਹੀ ਕਿਸੇ ਗਾਂ ਦੀ ਹੱਤਿਆ ਕਰੋ। ਫਿਰ ਗਾਂ ਦਾ ਚੰਮ ਉਤਾਰ ਕੇ ਲਿਆਓ ਅਤੇ ਇਹਨਾਂ ਦੇ ਸਾਰੇ ਸਰੀਰ ਨੂੰ ਉਸ ਚੰਮ ਵਿੱਚ ਮੜ ਦਿਓ। ਸਤਿਗੁਰੂ ਜੀ ਨੂੰ ਸੁਣਾ ਕੇ ਫਰਮਾਇਆ, ਸਵੇਰ ਹੋਣ ਤੱਕ ਇਹਨਾਂ ਨੂੰ ਇੱਥੇ ਲਿਆਓ, ਪਾਸ ਬੈਠ ਕੇ ਇਹਨਾਂ ਨੂੰ ਮਹਾਨ ਦੁੱਖ ਦਿਆਂਗਾ, ਧਰਮ ਵਿਗਾੜ ਕੇ ਇਹਨਾਂ ਦੇ ਪ੍ਰਾਣ ਕੱਢ ਲਵਾਂਗਾ। ਇਹ ਕਹਿ ਕੇ ਮੂਰਖ ਆਪਣੇ ਘਰ ਨੂੰ ਚਲੇ ਗਿਆ। ਉਹ ਕ੍ਰੋਧੀ, ਕਪਟੀ ਤੇ ਵੱਡਾ ਹਥਿਆਰਾ ਸੀ। ਉਹ ਦਿਨ ਬੀਤ ਗਿਆ ਤੇ ਰਾਤ ਪੈ ਗਈ। ਸਾਰੇ ਜਗਤ ਵਿੱਚ ਹਨੇਰਾ ਪਸਰ ਗਿਆ। ਜਦ ਇਹ ਜਾਣ ਲਿਆ ਕਿ ਅੱਧੀ ਰਾਤ ਹੋਈ ਹੈ, ਤਦ ਪਾਪੀ ਦੀ ਨੂੰਹ ਸੁਣ ਕੇ ਮਹਾਨ ਸੰਕਟ ਪਾ ਕੇ ਬਹੁਤ ਰੋਈ। ਗੁਰੂ ਜੀ ਕੁਝ ਵੀ ਖਾ ਪੀ ਨਹੀਂ ਰਹੇ ਸਨ। ਸੋਚਦੀ ਹੈ ਕਿ ਅੱਜ ਜਾ ਕੇ ਗੁਰੂ ਜੀ ਦੀ ਖਬਰ ਲੈਂਦੀ ਹਾਂ, ਕੀ ਕਰ ਸਕਦੇ ਹਾਂ। ਉਹ ਸਭ ਦੇ ਦਿਲਾਂ ਦੀ ਜਾਣਦੇ ਹਨ। ਘਰਦਿਆਂ ਤੋਂ ਚੋਰੀ ਚੱਲ ਕੇ ਉੱਥੇ ਆ ਗਈ ਜਿੱਥੇ ਗੁਰੂ ਜੀ ਕੈਦ ਕੀਤੇ ਹੋਏ ਸਨ। ਉੱਥੇ ਸਿਪਾਹੀ ਖੜੇ ਸਨ। ਉਹਨਾਂ ਨੇ ਝਿੜਕ ਕੇ ਪਿਛਾਂਹ ਮੋੜ ਦਿੱਤੀ। ਫਿਰ ਉਸਨੇ ਸਿਪਾਹੀਆਂ ਨੂੰ ਸੋਨੇ ਦੇ ਗਹਿਣੇ ਦਿੱਤੇ। ਫਿਰ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਦਰ ਦਾਖਲ ਹੋ ਗਈ। ਹੱਥ ਜੋੜ ਕੇ ਖੜੀ ਹੋ ਗਈ ਤੇ ਬੋਲੀ, ਹੇ ਪ੍ਰਭੂ ਜੀ, ਮੈਂ ਤੁਹਾਡੀ ਅਪਰਾਧਣ ਹਾਂ। ਤੁਹਾਡੇ ਇੰਨੇ ਕਸ਼ਟ ਸੁਣ ਕੇ ਵੀ ਜਿਉਂਦੀ ਰਹੀ ਹਾਂ। ਮੈਂ ਦੁਸ਼ਟਾਂ ਦੇ ਪਰਿਵਾਰ ਨੂੰ ਵੀ ਛੱਡਿਆ ਨਹੀਂ ਹੈ। ਮੇਰਾ ਕੋਈ ਚਾਰਾ ਨਹੀਂ ਚੱਲਦਾ ਹੈ। ਕੇਵਲ ਮੇਰਾ ਮਰਨਾ ਹੀ ਮੇਰੇ ਹੱਥ ਵਿੱਚ ਹੈ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਬੋਲੇ, ਹੇ ਪੁੱਤਰੀ, ਤੂੰ ਇਸ ਘਰ ਦੇ ਲਾਇਕ ਨਹੀਂ ਹੈ। ਸਵੇਰ ਹੋਣ ਤੇ ਅਸੀਂ ਤਿਆਰੀ ਕਰ ਲੈਣੀ ਹੈ। ਜੇ ਚੱਲਣਾ ਚਾਹੁੰਦੀ ਹੈ ਤਾਂ ਸਾਡੇ ਨਾਲ ਚੱਲ। ਕਹਿਣ ਲੱਗੀ, ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਕਹਿ ਦਿਓ, ਉਹ ਮੈਂ ਕਰਾਂਗੀ। ਤੁਸੀਂ ਮੇਰੇ 'ਤੇ ਕਿਰਪਾ ਕਰ ਦਿੱਤੀ ਹੈ, ਮੈਨੂੰ ਦੱਸ ਦਿੱਤਾ ਹੈ। ਮੈਂ ਹੁਣ ਆਪਣੇ ਪ੍ਰਾਣ ਤਿਆਗ ਦਿਆਂਗੀ। ਮੈਨੂੰ ਹੁਣ ਜੀਵਨ ਚੰਗਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਮੇਰੀ ਕੋਈ ਚਾਹ ਨਹੀਂ ਹੈ। ਤੂੰ ਹੁਣ ਜਾ ਕੇ ਆਪਣੇ ਚਿੱਤ ਦੀ ਖੁਆਇਸ਼ ਪੂਰੀ ਕਰ। ਇਹ ਸੁਣ ਕੇ ਮਰਨ ਦਾ ਨਿਸ਼ਚਾ ਪੱਕਾ ਕਰਕੇ ਚਲੀ ਗਈ। ਇਹ ਪ੍ਰਾਣ ਰੱਖ ਕੇ ਕੀ ਫਲ ਮਿਲਣਾ ਹੈ। ਰਾਤ ਬੀਤ ਗਈ, ਸਵੇਰ ਹੋ ਗਈ। ਗੁਰੂ ਜੀ ਉਸ ਪ੍ਰਕਾਰ ਹੀ ਬੈਠੇ ਰਹੇ। ਸਾਰੇ ਨਗਰ ਵਿੱਚ ਵੱਡਾ ਰੌਲਾ ਪੈ ਗਿਆ ਸੀ। ਘਰ ਘਰ, ਦਰ ਦਰ ਕਨਸੂਆਂ ਲੈਣ ਲਈ ਲੋਕ ਖੜੇ ਸਨ। ਬਾਰ-ਬਾਰ ਡਿਓੜੀ ਦੇ ਅੱਗੇ ਆਉਂਦੇ ਸਨ। ਬਾਰ-ਬਾਰ ਵੇਖ ਕੇ ਚਲੇ ਜਾਂਦੇ ਸਨ। ਰਾਤ ਦਿਨ ਦਰਵਾਜ਼ਾ ਬੰਦ ਰਹਿੰਦਾ ਸੀ। ਚਿੱਤ ਵਿੱਚ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਤਖਤੇ ਟੁੱਟ ਜਾਣ। ਉਹ ਕੀ ਕਰਦੇ, ਕੋਈ ਗੱਲ ਜਾਣੀ ਨਹੀਂ ਸੀ ਜਾਂਦੀ। ਗੁਰੂ ਜੀ ਕਦੀ ਵੀ ਬਾਹਰ ਨਾ ਨਿਕਲੇ। ਉਸ ਤੋਂ ਬਾਅਦ ਚੰਦੂ ਨੇ ਗੁਰੂ ਜੀ ਨੂੰ ਕਿਹਾ, ਗਾਂ ਦਾ ਗਿੱਲਾ ਚੰਮ ਲੈ ਕੇ ਉਸ ਵਿੱਚ ਤੁਹਾਡੇ ਸਰੀਰ ਨੂੰ ਮੜ ਦਿਆਂਗਾ। ਫਿਰ ਧੁੱਪ ਵਿੱਚ ਬਿਠਾ ਦਿਆਂਗਾ। ਚੰਮ ਸੁੱਕਣ ਨਾਲ ਤੁਹਾਡੇ ਪ੍ਰਾਣ ਨਿਕਲ ਜਾਣਗੇ। ਫਿਰ ਮੈਂ ਆਪਣੇ ਸਿਪਾਹੀਆਂ ਨੂੰ ਭੇਜਾਂਗਾ। ਉਹ ਘਰ ਨੂੰ ਲੁੱਟ ਕੇ ਸਾਰਾ ਧਨ ਲੈ ਲੈਣਗੇ। ਫਿਰ ਮੈਂ ਤੁਹਾਡੇ ਪੁੱਤਰ ਨੂੰ ਫੜ ਲਵਾਂਗਾ। ਇਸ ਰੀਤੀ ਅਨੁਸਾਰ ਬਹੁਤ ਕਸ਼ਟ ਦਿਆਂਗਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀਆਂ ਸਾਰੀਆਂ ਗੱਲਾਂ ਸੁਣੀਆਂ। ਫਿਰ ਗੁਰੂ ਜੀ, ਜਿਹੜੇ ਕਿਸੇ ਪਾਸੋਂ ਨਹੀਂ ਡਰਦੇ ਸਨ, ਬੋਲੇ, ਹੁਣ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਮੇਰੇ 5 ਸੇਵਕਾਂ ਨੂੰ ਮੇਰੇ ਨਾਲ ਜਾਣ ਦਿਓ। 5 ਦਿਨ ਇਸ ਤਰ੍ਹਾਂ ਬੀਤੇ ਹਨ। ਅੱਗ ਵਰਗੀ ਗਰਮ ਸਜ਼ਾ ਦਿੱਤੀ ਹੈ। ਪਾਣੀ ਵਿੱਚ ਪਵਿੱਤਰ ਹੋ ਕੇ ਫਿਰ ਜਿਵੇਂ ਕਰਾਂਗੇ ਮਤ ਨਿਸ਼ਚਲ ਕਰਕੇ ਨਿਸ਼ਚਾ ਧਾਰਨ ਕਰਾਂਗੇ। ਇਹ ਸੁਣ ਕੇ ਦੁਸ਼ਟ ਬਹੁਤ ਪ੍ਰਸੰਨ ਹੋਇਆ। ਸੋਚਣ ਲੱਗਾ ਕਿ ਧਰਮ ਨਾਸ਼ ਕਰਨ ਦਾ ਚੰਗਾ ਡਰ ਪਾਇਆ ਹੈ। ਹੁਣ ਇਹ ਰਿਸ਼ਤਾ ਮੰਨ ਲੈਣਗੇ ਜਦ ਸਰੀਰ ਪਾਣੀ ਵਿੱਚ ਠੰਡਾ ਹੋਵੇਗਾ। ਇਹ ਵਿਚਾਰ ਕੇ ਉਸਨੇ ਕਿਹਾ, ਜਾਓ ਇਸ਼ਨਾਨ ਕਰੋ, ਕਿਸੇ ਤਰ੍ਹਾਂ ਪ੍ਰਾਣ ਬਚ ਜਾਣ। ਮੇਰੀ ਗੱਲ ਮਨ ਵਿੱਚ ਮੰਨ ਲਓ। 10 ਸਿਪਾਹੀਆਂ ਨੂੰ ਉਸਨੇ ਸਾਵਧਾਨ ਕਰ ਦਿੱਤਾ, ਤਲਵਾਰਾਂ ਦੇ ਢਾਲਾਂ ਨਾਲ ਲੈ ਕੇ ਜਾਓ। ਇਹਨਾਂ ਨੂੰ ਆਪਣੀ ਨਜ਼ਰ ਹੇਠ ਰੱਖੋ, ਬਾਹਰ ਕਿਸੇ ਨਾਲ ਵੀ ਕੋਈ ਗੱਲ ਨਾ ਕਰਨ।
ਇਸ ਤਰ੍ਹਾਂ ਕਹਿ ਕੇ ਬੜੀ ਤਕੜਾਈ ਕਰ ਦਿੱਤੀ। ਮੂਰਖ ਪਾਸੋਂ ਸੁਣ ਕੇ ਗੁਰੂ ਜੀ ਚੱਲ ਪਏ। ਸਾਰੇ ਸਰੀਰ ਤੇ ਫਲੂਹੇ ਨਿਕਲੇ ਹੋਏ ਸਨ। ਵੱਡੇ ਵੱਡੇ ਜ਼ਖਮ ਚਾਦਰ ਦੇ ਹੇਠਾਂ ਟਕੇ ਹੋਏ ਸਨ। ਚਰਨਾਂ ਦੀਆਂ ਤਲੀਆਂ ਸੜੀਆਂ ਹੋਈਆਂ ਸਨ। ਗੁਰੂ ਜੀ ਹੌਲੀ ਹੌਲੀ ਧਰਤੀ ਤੇ ਪੈਰ ਰੱਖ ਕੇ ਜਾ ਰਹੇ ਸਨ। ਆਪਣੇ ਪਾਸ ਜਦ ਭਾਈ ਪਿਰਾਣੇ ਨੂੰ ਵੇਖਿਆ ਤਾਂ ਉਸ ਦਾ ਮੋਢਾ ਫੜ ਕੇ ਨਾਲ ਨਾਲ ਚੱਲ ਪਏ। ਨਦੀ ਦੇ ਕਿਨਾਰੇ ਇੱਕ ਮੋਰੀ ਸੀ। ਗੁਰੂ ਜੀ ਉਸ ਵਿੱਚ ਦਾਖਲ ਹੋ ਕੇ ਬਾਹਰ ਨਿਕਲੇ। ਕੋਈ ਕੋਈ ਮਨੁੱਖ ਵੇਖ ਕੇ ਨਮਸਕਾਰ ਕਰਦਾ ਸੀ। ਉਸ ਸਮੇਂ ਮੂੰਹ ਤੇ ਲਾਲ ਛਾਲੇ ਪਏ ਹੋਏ ਸਨ। 5 ਦਿਨਾਂ ਤੋਂ ਨਾ ਭੋਜਨ ਛਕਿਆ ਸੀ ਅਤੇ ਨਾ ਹੀ ਪਾਣੀ ਪੀਤਾ ਸੀ। ਸਰੀਰ ਬਿਲਕੁਲ ਦੁਰਬਲ ਹੋ ਗਿਆ ਸੀ। ਮੂਰਖ ਨੇ ਬਹੁਤ ਸਜ਼ਾ ਦਿੱਤੀ ਸੀ। ਮਨੁੱਖ ਵੇਖ ਵੇਖ ਕੇ ਹੈਰਾਨ ਹੋ ਰਹੇ ਸਨ। ਇਹਨਾਂ ਦੀ ਕੀ ਹਾਲਤ ਹੋ ਗਈ ਹੈ। ਗੁਰੂ ਜੀ ਜਾ ਰਹੇ ਹਨ, ਪਰ ਚਿੱਤ ਦੀ ਬਿਰਤੀ ਇੱਕ ਰਸ ਸੀ। ਪਹਿਲਾਂ ਵਾਂਗ ਹੀ ਗੁਰੂ ਜੀ ਆਨੰਦਮਈ ਸਨ। ਤਨ ਦੀ ਪੀੜ ਹੋਣ ਨਾਲ ਡਾਵਾਂਡੋਲ ਨਹੀਂ ਸੀ ਹੋਏ। ਜਿਵੇਂ ਸੁਮੇਰ ਪਰਬਤ ਨੂੰ ਕੋਈ ਮਨੁੱਖ ਵੀ ਹਿਲਾ ਨਹੀਂ ਸਕਦਾ। ਹੌਲੀ ਹੌਲੀ ਰਾਵੀ ਦੇ ਕਿਨਾਰੇ ਪਹੁੰਚ ਗਏ। ਜਦ ਪਾਣੀ ਨੂੰ ਜਾ ਕੇ ਛੂਹਿਆ ਤਾਂ ਉਹ ਬਹੁਤ ਠੰਡਾ ਸੀ। ਹੱਥਾਂ ਅਤੇ ਮੁਖੜੇ ਨੂੰ ਗੁਰੂ ਜੀ ਨੇ ਸਾਫ਼ ਕੀਤਾ। ਫਿਰ ਭਾਈ ਲੰਗਾਹ ਨੇ ਚਰਨ ਕਮਲ ਫੜ ਕੇ ਸਾਫ਼ ਕੀਤੇ। ਗੁਰੂ ਜੀ ਨੇ ਫਿਰ ਜਲ ਵਿੱਚ ਪ੍ਰਵੇਸ਼ ਕਰਕੇ ਇਸ਼ਨਾਨ ਕੀਤਾ। ਫਿਰ ਬਾਹਰ ਨਿਕਲ ਕੇ ਖੁਸ਼ਕ ਕੱਪੜੇ ਨਾਲ ਸਰੀਰ ਨੂੰ ਸਾਫ਼ ਕੀਤਾ। ਦਿਲ ਵਿੱਚ ਬੜਾ ਹੀ ਪ੍ਰੇਮ ਧਾਰ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਜਿਹੜਾ ਸਿੱਖਾਂ ਨੂੰ ਮੁਕਤੀ ਬਖਸ਼ਦਾ ਹੈ। ਫਿਰ ਬਾਕੀ 5 ਸਿੱਖਾਂ ਨੇ ਇਸ਼ਨਾਨ ਕੀਤਾ, ਗੁਰਬਾਣੀ ਦਾ ਪਾਠ ਕੀਤਾ। ਸਾਰੇ ਸਤਿਗੁਰੂ ਜੀ ਦੇ ਇਰਦ ਗਿਰਦ ਖੜੇ ਹੋ ਗਏ। ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਿਆ। ਭੋਗ ਪਾ ਕੇ ਸਿਰ ਨਿਵਾਇਆ। ਫਿਰ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ, ਹੁਣ ਅਸੀਂ ਪਰਲੋਕ ਜਾਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਸਾਡਾ ਚਿੱਤ ਚਾਹੁੰਦਾ ਸੀ, ਅਸੀਂ ਉਸ ਤਰ੍ਹਾਂ ਹੀ ਕੀਤਾ ਹੈ। ਸਾਡੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ ਹੈ। ਇਸ ਨੂੰ ਨਦੀ ਦੇ ਪਾਣੀ ਵਿੱਚ ਪ੍ਰਵਾਹ ਕਰ ਦੇਣਾ ਹੈ। ਇਹ ਦਰਿਆ ਹੀ ਸਾਡੇ ਦਰਸ਼ਨ ਹਨ। ਉੱਤਰ ਵਾਲੇ ਪਾਸੇ ਸਾਡਾ ਸਿਰ ਹੋਵੇਗਾ ਤੇ ਦੱਖਣ ਵਾਲੇ ਪਾਸੇ ਚਰਨ ਹੋਣਗੇ। ਵਿਦਿਆਧਰ ਆਦਿ ਦੇਵਤੇ ਬੜੇ ਉਤਾਵਲੇ ਹੋ ਕੇ ਆਏ। ਕਿੰਨਰ, ਜੱਚ ਅਤੇ ਅਪਸਰਾਂ ਵੀ ਆਈਆਂ। ਸਾਰੇ ਸਿੱਧ, ਭੱਟ ਅਤੇ ਸਮੂਹ ਦੇਵਤੇ ਚੱਲ ਕੇ ਆਏ। ਉਹ ਆਕਾਸ਼ ਵਿੱਚ ਟਿਕ ਕੇ ਜੈ ਜੈਕਾਰ ਕਰ ਰਹੇ ਸਨ। ਬ੍ਰਹਮਾ, ਵਿਸ਼ਨੂੰ, ਮਹੇਸ਼ ਸਾਰੇ ਦੇਵੀ ਦੇਵਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੱਲ ਕੇ ਆਏ। ਕਰਾਮਾਤੀ ਪੀਰਾਂ ਫਕੀਰਾਂ ਦਾ ਮੇਲਾ ਲੱਗ ਗਿਆ। ਗੁਪਤ ਲੋਕ ਦੇ ਵਾਸੀ ਵੀ ਆ ਕੇ ਆਨੰਦ ਮੰਗਲ ਕਰਨ ਲੱਗੇ। ਗੁਰੂ ਜੀ ਨੇ ਫਿਰ ਇੱਕ ਕੱਪੜਾ ਲੈ ਕੇ ਧਰਤੀ ਉੱਤੇ ਵਿਛਾਇਆ। ਵੱਡਾ ਚਾਦਰਾ ਉੱਪਰ ਲੈ ਲਿਆ। ਸਾਰਾ ਸਰੀਰ ਢੱਕ ਕੇ ਲੰਮੇ ਪੈ ਗਏ। ਸੱਚਖੰਡ ਵਿੱਚ ਆਪਣੇ ਘਰ ਵਿੱਚ ਜਾਣ ਲੱਗੇ ਸਨ। ਜਦ ਸਰੀਰ ਛੱਡ ਕੇ ਬਿਬਾਨ ਵਿੱਚ ਚੜ੍ਹ ਗਏ ਤਾਂ ਦੇਵਤਿਆਂ ਨੇ ਧੌਂਸਿਆਂ ਤੇ ਡੰਕੇ ਵਜਾਏ। ਦੇਵਤੇ ਚਿੱਟੇ ਫੁੱਲਾਂ ਦੇ ਬੁੱਕ ਭਰ ਭਰ ਕੇ ਸੁੱਟ ਰਹੇ ਸਨ ਤੇ ਇੱਕੋ ਵਾਰ ਜੈ ਜੈ ਦਾ ਉਚਾਰਨ ਕਰਦੇ ਸਨ। ਉਧਰ ਸਤਿਗੁਰੂ ਜੀ ਦੇ ਸੱਚਖੰਡ ਗਮਨ ਦੀ ਖਬਰ ਸਾਰੇ ਫੈਲ ਗਈ। ਸਾਰੇ ਸ਼ਹਿਰ ਵਿੱਚ ਵੱਡਾ ਰੌਲਾ ਪੈ ਗਿਆ। ਜਿਸ ਦਿਨ ਸਤਿਗੁਰੂ ਜੀ ਸੱਚਖੰਡ ਨੂੰ ਗਏ ਸਨ, ਉਸੇ ਦਿਨ ਹੀ ਚੰਦੂ ਦੀ ਨੂੰਹ ਨੇ ਵੀ ਆਪਣਾ ਸਰੀਰ ਛੱਡ ਦਿੱਤਾ ਤੇ ਗੁਰੂ ਜੀ ਦੇ ਵਿੱਚ ਹੀ ਜਾ ਕੇ ਸਮਾ ਗਈ। ਕਈਆਂ ਦਿਨਾਂ ਤੱਕ ਸਮੂਹ ਦੇਵਤੇ ਇਹ ਬਚਨ ਕਹਿੰਦੇ ਰਹੇ ਕਿ ਸਤਿਗੁਰੂ ਜੀ ਦਾ ਚਰਿੱਤਰ ਬੜਾ ਅਚਰਜ ਹੈ। ਉਹਨਾਂ ਦੀ ਸਮਾਨਤਾ ਕੋਈ ਨਹੀਂ ਕਰ ਸਕਦਾ। ਨਾ ਕੋਈ ਪਹਿਲਾਂ ਹੋਇਆ ਹੈ ਅਤੇ ਨਾ ਹੀ ਕੋਈ ਅੱਗੇ ਹੋਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।